Welcome back, dear students. This is part 2 of chapter 2, The March King, section A, class 12th. This chapter 2 is written by Catherine Little Bakeless. In the part 1, you have seen that Philip always wanted to be a musician since childhood. His father was also serving in the Marine Band of US Army and Philip also wanted to join Marine Band. For that, he joined music classes from the age of 7 years. And at the age of 11 years, he was performing on the stage. But his concert was a flop show because his shirt fell down, which was loose. All this happened due to his love for baseball. ਤਾਂ ਬੱਚਿਓ ਪਾਰਟ 1 ਚ ਤੁਸੀਂ ਦੇਖਿਆ ਕਿ ਜੌਨ ਫਿਲਿਪ ਸੋਸਾ ਬਚਪਨ ਤੋਂ ਹੀ ਇੱਕ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਹੈ। ਉਸਦੇ ਪਿਤਾ ਜੀ ਵੀ ਮਿਊਜ਼ੀਸ਼ੀਅਨ ਹਨ ਅਤੇ ਜੌਨ ਫਿਲਿਪ ਸੋਸਾ ਓਵਰ ਕੌਨਫੀਡੈਂਸ ਦੇ ਵਿੱਚ ਬੇਸਬਾਲ ਖੇਡਦਾ ਰਹਿੰਦਾ ਜਿਸ ਦਿਨ ਉਸਦਾ ਕਨਸਰਟ ਹੁੰਦਾ ਅਤੇ 11 ਸਾਲ ਦੀ ਉਮਰ 'ਚ ਉਹ ਕਨਸਰਟ ਫਲੋਪ ਹੋ ਜਾਂਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਵਧੀਆ ਕੱਪੜੇ ਪਹਿਨ ਕੇ ਉੱਥੇ ਨਹੀਂ ਗਿਆ। ਮਿਸਿਜ਼ ਐਸਪਿਊਟਾ ਜੋ ਕਿ ਮਿਸਟਰ ਐਸਪਿਊਟਾ ਦੀ ਵਾਈਫ ਹੈ ਉਸਨੂੰ ਇੱਕ ਸ਼ਰਟ ਤਾਂ ਦਿੰਦੀ ਹੈ, ਪਿੰਸ ਲਾ ਕੇ ਉਸਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਪਿੰਸ ਗਿਰ ਜਾਂਦੀਆਂ ਨੇ, ਸ਼ਰਟ ਗਿਰ ਜਾਂਦੀ ਹੈ ਔਰ ਉਹ ਸਟੇਜ ਤੋਂ ਛੱਡ ਕੇ ਚਲਾ ਜਾਂਦਾ ਕਨਸਰਟ। ਉਸ ਤੋਂ ਬਾਅਦ ਉਹਦਾ ਮਨ ਦੁਖੀ ਹੁੰਦਾ, ਮਿਸਟਰ ਐਸਪਿਊਟਾ ਨਾਲ ਇੱਕ ਹੋਰ ਲੜਾਈ ਹੁੰਦੀ ਹੈ। ਫਿਰ ਉਹ ਮਿਊਜ਼ਿਕ ਛੱਡਦਾ ਹੈ ਅਤੇ ਉਸਦੇ ਪਿਤਾ ਜੀ ਕਹਿੰਦੇ ਕਿ ਤੂੰ ਕੀ ਕਰਨਾ? ਫਿਰ ਉਹ ਕਹਿੰਦਾ ਕਿ ਮੈਂ ਬੇਕਰ ਬਣਨਾ। ਫਿਰ ਚਾਰਲੀ ਬੇਕਰ ਦੇ ਨਾਲ ਉਸਦੇ ਫਾਦਰ ਗੱਲ ਕਰ ਰਹਿੰਦੇ ਆ ਐਂਡ ਹੀ ਇਜ਼ ਗੋਇੰਗ ਟੂ ਸਟਾਰਟ ਬੇਕਰੀ ਸਰਵਿਸਿਜ਼। Mr. Esputa put his hand on Philip's shoulder and continued more seriously. Philip, I have noticed that bakers aren't always well educated. I believe that it would be profitable for you to educate yourself beyond the level of most bakers. Perhaps you will then be more successful in your business. ਹੁਣ ਜਦੋਂ ਬੇਕਰੀ 'ਚ ਜਾਣਾ ਸ਼ੁਰੂ ਕਰਨ ਲੱਗਦਾ ਹੈ ਤਾਂ ਮਿਸਟਰ ਸੋਸਾ ਉਸਦੇ ਪਿਤਾ ਜੀ ਉਸ ਨੂੰ ਪਿਆਰ ਨਾਲ ਸਮਝਾਉਂਦੇ ਆ, ਉਸਦੇ ਮੋਢੇ 'ਤੇ ਹੱਥ ਰੱਖਦੇ ਆ। ਉਹ ਕਹਿੰਦੇ ਆ ਕਿ ਫਿਲਿਪ, ਮੈਂ ਤੈਨੂੰ ਬੇਕਰੀ 'ਚ ਜਾਣ ਨੂੰ ਮਨਾ ਨਹੀਂ ਕਰਦਾ ਪਰ ਬੇਕਰਸ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ। ਹੁਣ ਅਗਰ ਹੁਣ ਤੂੰ ਬੇਕਰ ਬਣਨਾ ਹੀ ਹੈ ਅਤੇ ਬਿਜ਼ਨਸ ਚਲਾਉਣਾ ਹੀ ਹੈ ਤਾਂ ਇਸ ਬਿਜ਼ਨਸ ਨੂੰ ਪ੍ਰੋਫਿਟੇਬਲ ਬਣਾਉਣ ਲਈ, ਇਸ 'ਚ ਮੁਨਾਫਾ ਕਮਾਉਣ ਲਈ ਵਧੀਆ ਇਹ ਹੋਊਗਾ ਕਿ ਤੂੰ ਦੂਸਰੇ ਬੇਕਰਸ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ। ਇਸ ਲਈ ਤੂੰ ਬੇਕਰੀ ਦਾ ਜੁਆਇਨ ਕਰ ਲੈ ਪਰ ਪੜ੍ਹਾਈ ਨਹੀਂ ਛੱਡਣੀ। ਇਸ ਤਰ੍ਹਾਂ ਤੂੰ ਆਪਣੇ ਬਿਜ਼ਨਸ 'ਚ ਜ਼ਿਆਦਾ ਕਾਮਯਾਬ ਹੋਏਗਾ। For this reason, I must insist that you keep on with your education even though you stop taking music lessons. ਇਸ ਲਈ ਤੂੰ ਚਾਹੇ ਮਿਊਜ਼ਿਕ ਲੈਸਨਸ ਤਾਂ ਲੈਣੇ ਬੰਦ ਕਰ ਦੇ ਪਰ ਪੜ੍ਹਨਾ ਬੰਦ ਨਾ ਕਰੀ, ਆਪਣੀ ਐਜੂਕੇਸ਼ਨ ਲੈਂਦਾ ਰਹੀ। When you have finished school, you can become a full-time baker. ਸਕੂਲ ਖਤਮ ਕਰਕੇ ਫਿਰ ਤੂੰ ਪੂਰਾ ਟਾਈਮ ਬੇਕਰ ਬਣ ਜੀ। ਫਿਲਿਪ willingly agreed to continue his education. ਫਿਲਿਪ ਵੀ ਮੰਨ ਗਿਆ ਕਿ ਮੈਂ ਪੜ੍ਹਦਾ ਰਹੂੰਗਾ। At 8:30 that evening, Philip went to bakery. There he watched the bakers at mixing bread and making pies. 8:30 ਵਜੇ ਸ਼ਾਮ ਨੂੰ ਉਹ ਬੇਕਰੀ ਚਲਾ ਗਿਆ। ਉੱਥੇ ਉਹ ਬੇਕਰਸ ਨੂੰ ਦੇਖਦਾ ਰਿਹਾ ਕਿ ਉਹ ਕਿਸ ਤਰ੍ਹਾਂ ਬ੍ਰੈਡਸ ਬਣਾਉਂਦੇ ਨੇ, ਪਾਈਜ਼ ਬਣਾਉਂਦੇ ਨੇ। All this was new to him and for a while it seemed very interesting. ਇਹ ਸਭ ਕੁਛ ਉਹਦੇ ਲਈ ਨਵਾਂ ਸੀ। ਥੋੜ੍ਹੀ ਦੇਰ ਲਈ ਬੜਾ ਉਹਨੂੰ ਦਿਲਚਸਪ ਵੀ ਲੱਗਿਆ। ਦ ਬੇਕਰਸ ਇੰਪਰੈਸਡ ਫਿਲਿਪ ਵਿਦ ਦੇਅਰ ਸਪੀਡ ਐਂਡ ਸਕਿੱਲ। ਕਿੰਨੀ ਤੇਜ਼ੀ ਨਾਲ ਬੇਕਰਸ ਉੱਥੇ ਕਿੰਨੀ ਕਲਾ ਕੌਸ਼ਲ ਨਾਲ ਆਪਣਾ ਕੰਮ ਕਰਦੇ ਨੇ, ਇਹ ਚੀਜ਼ ਤੋਂ ਪ੍ਰਭਾਵਿਤ ਵੀ ਹੋਇਆ। ਐਂਡ ਹੀ ਵਾਜ਼ ਅਮੇਜ਼ਡ ਐਟ ਦ ਅਮਾਊਂਟ ਆਫ ਬ੍ਰੈਡ ਦੈਟ ਵਾਜ਼ ਬੀਂਗ ਮੇਡ। ਔਰ ਇੰਨੀ ਵੱਡੀ ਤਾਦਾਦ 'ਚ ਬ੍ਰੈਡ ਬਣਦੀ ਦੇਖ ਕੇ ਉਹ ਹੈਰਾਨ ਵੀ ਹੋਇਆ। ਲੇਟਰ ਹੀ ਗਰੂ ਟਾਇਰਡ ਐਂਡ ਸਲੈਪਟ ਵਾਈਲ ਦ ਬ੍ਰੈਡ ਵਾਜ਼ ਬੇਕਿੰਗ। ਉਸ ਤੋਂ ਬਾਅਦ ਉਹ ਥੱਕ ਗਿਆ ਅਤੇ ਜਦੋਂ ਬ੍ਰੈਡ ਬਣ ਹੀ ਰਹੀ ਸੀ ਸੋ ਗਿਆ। ਵੈਰੀ ਅਰਲੀ ਦ ਨੈਕਸਟ ਮਾਰਨਿੰਗ ਫਿਲਿਪ ਹੈਲਪਡ ਲੋਡ ਦ ਬਿਗ ਬੇਕਰੀ ਵੈਗਨ। ਅਗਲੀ ਸਵੇਰ ਜਲਦੀ ਹੀ ਬੇਕਰੀ ਦੀ ਵੈਗਨ ਦੇ ਵਿੱਚ ਉਹਨਾਂ ਨੇ ਬ੍ਰੈਡਸ ਭਰੀਆਂ। ਦੈਨ ਹੀ ਵੈਂਟ ਆਊਟ ਵਿਦ ਦ ਡਰਾਈਵਰ ਟੂ ਡਿਲੀਵਰ ਦ ਬ੍ਰੈਡ। ਫਿਰ ਉਹ ਡਰਾਈਵਰ ਨਾਲ ਲੋਕਾਂ ਨੂੰ ਘਰ ਘਰ ਬ੍ਰੈਡ ਵੰਡਣ ਚਲਾ ਗਿਆ। ਬਾਈ 8 o'clock ਹੀ ਵਾਜ਼ ਥਰੂ ਐਂਡ ਵੈਂਟ ਹੋਮ ਟੂ ਬ੍ਰੇਕਫਾਸਟ। 8 ਵਜੇ ਤੱਕ ਘਰ ਗਿਆ, ਸਾਰਾ ਕੰਮ ਕਰਕੇ ਬ੍ਰੇਕਫਾਸਟ ਕੀਤਾ। ਫਿਲਿਪ kept his agreement with his father and went to school that morning. ਜਿਵੇਂ ਕਿ ਪਿਤਾ ਜੀ ਨਾਲ ਉਹਦੀ ਸਹਿਮਤੀ ਹੋਈ ਸੀ ਹੁਣ ਉਹ ਸਕੂਲ ਚਲਾ ਗਿਆ। After school he did not feel like playing baseball.
ਅੱਗੇ ਉਹ ਰੋਜ਼ ਸ਼ਾਮ ਨੂੰ ਬੇਸਬਾਲ ਖੇਡਦਾ ਸੀ, ਲੇਕਿਨ ਅੱਜ ਉਹ ਤਾਂ ਬੇਸਬਾਲ ਖੇਡਣ ਦਾ ਦਿਲ ਨਹੀਂ ਕੀਤਾ। ਕਿਉਂ? ਟੂ ਟਾਇਰਡ ਟੂ ਡੂ ਐਨੀਥਿੰਗ ਐਲਸ। ਇੰਨਾ ਥੱਕ ਗਿਆ ਸੀ, ਕੁਛ ਹੋਰ ਕਰਨ ਦਾ ਮਨ ਨਹੀਂ ਸੀ। ਹੀ ਵੈਂਟ ਹੋਮ, ਸੈਟ ਅਰਾਊਂਡ ਅੰਟਿਲ ਆਫਟਰ ਸੱਪਾ। ਘਰ ਗਿਆ, ਖਾਣਾ ਖਾਇਆ, ਥੋੜ੍ਹੀ ਦੇਰ ਬੈਠਿਆ। ਆਫਟਰ ਇਟ ਵਾਜ਼ ਟਾਈਮ ਟੂ ਰਿਟਰਨ ਟੂ ਦ ਬੇਕਰੀ, ਅਤੇ ਉਸ ਤੋਂ ਬਾਅਦ ਬੇਕਰੀ ਜਾਣ ਦਾ ਟਾਈਮ ਹੋ ਗਿਆ। ਵੇਅਰ ਹੀ ਸਪੈਂਡ ਅਨਦਰ ਈਵਨਿੰਗ ਵੈਰੀ ਮੱਚ ਲਾਈਕ ਦ ਫਸਟ। ਫਿਰ ਉੱਥੇ ਸਾਰੀ ਸ਼ਾਮ ਕੰਮ ਕਰਦਾ ਰਿਹਾ, ਜਿਵੇਂ ਕਿ ਪਿਛਲੀ ਸ਼ਾਮ ਕੀਤਾ ਸੀ। ਆਫਟਰ ਹੈਲਪਿੰਗ ਵਿਦ ਦ ਮੋਰਨਿੰਗ ਡਿਲੀਵਰੀ ਹੀ ਵੈਂਟ ਟੂ ਸਕੂਲ ਅਗੇਨ। ਫਿਰ ਉਵੇਂ ਹੀ ਸਵੇਰੇ ਬ੍ਰੈਡਸ ਵੰਡੀਆਂ, ਫਿਰ ਸਕੂਲ ਚਲਾ ਗਿਆ। ਬਟ ਹੀ ਵਾਜ਼ ਟੂ ਟਾਇਰ ਟੂ ਲਰਨ ਮੱਚ। ਉਹ ਇੰਨਾ ਥੱਕ ਗਿਆ ਕਿ ਉਹਨੂੰ ਕੁਛ ਵੀ ਸਿੱਖ ਨਹੀਂ ਸੀ ਪਾ ਰਿਹਾ। ਵੈਨ ਈਵਨਿੰਗ ਕੇਮ ਹੀ ਡਿਜੈਕਟਡਲੀ ਡਰੈਗਡ ਹਿਮਸੈਲਫ ਆਫ ਫॉर ਹਿਜ਼ ਥਰਡ ਨਾਈਟ ਆਫ ਵਰਕ ਐਟ ਦ ਬੇਕਰੀ। ਜਦੋਂ ਤੀਸਰੀ ਸ਼ਾਮ ਹੋਈ ਤਾਂ ਬਿਨਾਂ ਮਨ ਤੋਂ ਉਸਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਖਿੱਚ ਕੇ ਬੇਕਰੀ ਦੇ ਵਿੱਚ ਆਪਣੀ ਤੀਸਰੀ ਨਾਈਟ ਦਾ ਕੰਮ ਸ਼ੁਰੂ ਕੀਤਾ। ਵਾਚਿੰਗ ਦ ਬੇਕਰਸ ਨੋ ਲੋਂਗਰ ਸੀਮਡ ਇੰਟਰਸਟਿੰਗ। ਹੁਣ ਬੇਕਰਸ ਨੂੰ ਦੇਖ ਕੇ ਉਸਨੂੰ ਕੋਈ ਦਿਲਚਸਪੀ ਮਹਿਸੂਸ ਨਹੀਂ ਹੋ ਰਹੀ ਸੀ। ਅਬਾਊਟ ਮਿਡਨਾਈਟ ਦ ਬੇਕਰਸ ਬੇਬੀ ਸਟਾਰਟਡ ਟੂ ਕਰਾਈ। ਅੱਧੀ ਰਾਤ ਨੂੰ ਉਸ ਬੇਕਰ ਦਾ ਬੱਚਾ ਰੋਣ ਲੱਗ ਗਿਆ। ਬੇਕਰਸ ਵਾਈਫ ਸੈਡ ਟੂ ਫਿਲਿਪ। ਬੇਕਰ ਦੀ ਪਤਨੀ ਨੇ ਫਿਲਿਪ ਨੂੰ ਕਿਹਾ, ਗੋ ਅਪਸਟੇਅਰਸ ਐਂਡ ਰੌਕ ਦ ਕਰੈਡਲ। ਉੱਪਰ ਜਾ ਤੇ ਝੂਲੇ ਨੂੰ ਝੂਟੇ ਦੇ। ਓਨਲੀ ਹਾਫ ਅਵੇਕ ਪੂਅਰ ਫਿਲਿਪ ਡਿਡ ਐਜ਼ ਸ਼ੀ ਰਿਕੁਐਸਟਡ। ਅੱਧਾ ਸੁੱਤਾ ਅੱਧਾ ਜਾਗਿਆ ਵਿਚਾਰਾ ਫਿਲਿਪ ਉਵੇਂ ਹੀ ਕਰਨ ਲੱਗਿਆ ਜਿਵੇਂ ਉਸਨੂੰ ਕਿਹਾ ਗਿਆ ਸੀ। ਦ ਕਰੈਡਲ ਸਵੈਮ ਬਿਫੋਰ ਫਿਲਿਪ ਸਲੀਪੀ ਆਈ ਐਜ਼ ਹੀ ਬਿਗੈਨ ਟੂ ਰੌਕ ਤਾਂ ਫਿਲਿਪ ਨੂੰ ਨੀਂਦ ਆਉਂਦੀ ਰਹੀ। ਉਸਨੇ ਝੂਲਾ ਦੇਣਾ ਝੂਟਾ ਸ਼ੁਰੂ ਕਰਤਾ। ਇਨ ਅ ਟਵਿੰਕਲਿੰਗ ਹੀ ਹੈਡ ਫਾਲਨ ਅਸਲੀਪ। ਪਲਕ ਝਪਕਦੇ ਹੀ ਉਸਨੂੰ ਨੀਂਦ ਆ ਗਈ। ਇਗਨੋਰਿੰਗ ਦ ਬੇਬੀਜ਼ ਲਾਊਡ ਯੈਲ। ਬੱਚਾ ਉੱਚੀ ਉੱਚੀ ਰੋਂਦਾ ਰਿਹਾ। ਉਸਦਾ ਉਸਨੂੰ ਕੋਈ ਧਿਆਨ ਨਹੀਂ, ਗੂੜੀ ਨੀਂਦ 'ਚ ਪਿਆ ਰਿਹਾ ਕਿਉਂਕਿ 3 ਦਿਨ ਦਾ ਥੱਕਿਆ ਹੋਇਆ ਸੀ। ਵੈਨ ਦ ਬੇਬੀ ਕੰਟੀਨਿਊਡ ਟੂ ਕਰਾਈ ਇਟਸ ਮਦਰ ਰੈਨ ਅਪਸਟੇਅਰਸ ਟੂ ਸੀ ਵਾਟ ਵਾਜ਼ ਰੋਂਗ। ਜਦੋਂ ਬੇਬੀ ਹਟਿਆ ਹੀ ਨਹੀਂ ਰੋਣੋਂ ਤਾਂ ਮਾਂ ਉੱਪਰ ਦੇਖਣ ਗਈ ਕਿ ਕੀ ਹੋ ਗਿਆ। ਬੇਕਰ ਦੀ ਵਾਈਫ ਸ਼ੀ ਅਰਾਊਜ਼ਡ ਫਿਲਿਪ ਐਂਡ ਸਕੋਲਡਡ ਹਿਮ। ਉਸਨੇ ਫਿਲਿਪ ਨੂੰ ਜਗਾਇਆ ਅਤੇ ਉਸਨੂੰ ਡਾਂਟਿਆ। ਵੈਨ ਫਿਲਿਪ ਗੌਟ ਹੋਮ ਆਫਟਰ ਡਿਲੀਵਰਿੰਗ ਬ੍ਰੈਡ ਔਨ ਦ ਥਰਡ ਮੋਰਨਿੰਗ ਹੀ ਵਾਜ਼ ਅਟਰਲੀ ਐਗਜ਼ੌਸਟਡ। ਜਦੋਂ ਫਿਲਿਪ ਤੀਸਰੀ ਸਵੇਰ ਆਪਣੇ ਘਰ ਬ੍ਰੈਡ ਵੰਡ ਕੇ ਗਿਆ ਤਾਂ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ। ਹਿਜ਼ ਫਾਦਰ ਸੈਡ। ਪਿਤਾ ਜੀ ਨੇ ਕਿਹਾ, ਹਾਊ ਡੂ ਯੂ ਫੀਲ ਦਿਸ ਮੋਰਨਿੰਗ। ਅੱਜ ਸਵੇਰ ਕਿਵੇਂ ਲੱਗ ਰਿਹਾ। ਬਟ ਫਿਲਿਪ ਫੈਲ ਸਾਊਂਡ ਅਸਲੀਪ ਬਿਫੋਰ ਹੀ ਕੁਡ ਆਂਸਰ। ਲੇਕਿਨ ਜਵਾਬ ਦੇਣ ਤੋਂ ਪਹਿਲਾਂ ਹੀ ਫਿਲਿਪ ਗੂੜੀ ਨੀਂਦ ਸੌ ਗਿਆ। ਇਨ ਅ ਲੋ ਵੋਇਸ ਮਿਸਟਰ ਸੋਸਾ ਮਰਮਰਡ ਇੰਸਟਰਕਸ਼ਨਸ ਟੂ ਮਿਸਿਸ ਸੋਸਾ। ਬੜੀ ਹੌਲੀ ਆਵਾਜ਼ 'ਚ ਮਿਸਟਰ ਸੋਸਾ ਨੇ ਮਿਸਿਸ ਸੋਸਾ ਨੂੰ ਕਿਹਾ, ਗਿਵ ਦ ਲੈਡ ਸਮ ਬ੍ਰੇਕਫਾਸਟ ਐਂਡ ਪੁੱਟ ਹਿਮ ਟੂ ਬੈਡ। ਬੱਚੇ ਨੂੰ ਥੋੜ੍ਹਾ ਬਹੁਤ ਨਾਸ਼ਤਾ ਕਰਾਓ ਅਤੇ ਇਹਨੂੰ ਸੌਣ ਦਿਓ। ਲੈਟ ਹਿਮ ਸਲੀਪ ਆਲ ਡੇ। ਪੂਰਾ ਦਿਨ ਸੁੱਤਾ ਰਹੇ। ਦੈਟ ਈਵਨਿੰਗ ਹੀ ਸੈਡ ਟੂ ਹਿਜ਼ ਸਨ। ਸ਼ਾਮ ਨੂੰ ਆਪਣੇ ਬੇਟੇ ਨੂੰ ਕਿਹਾ, ਆਫ ਕੋਰਸ ਯੂ ਸਟਿਲ ਵਾਂਟ ਟੂ ਬੀ ਅ ਬੇਕਰ ਡੋਂਟ ਯੂ ਫਿਲਿਪ। ਬੇਸ਼ੱਕ ਤੁਸੀਂ ਹਾਲੇ ਵੀ ਬੇਕਰ ਬਣਨਾ ਚਾਹੁੰਦੇ ਹੋ ਨਾ ਫਿਲਿਪ, ਇਹੀ ਗੱਲ ਹੈ ਨਾ। ਨੋ, ਗਰੋਨਡ ਦ ਵੀਅਰੀ ਬॉय। ਥੱਕੇ ਹੋਏ ਲੜਕੇ ਨੇ ਕਿਹਾ, ਨਹੀਂ। ਆਈ ਵੁੱਡ ਰਾਦਰ ਡਾਈ ਦੈਨ ਟੂ ਬੀ ਅ ਬੇਕਰ। ਬੇਕਰ ਬਣਨ ਤੋਂ ਅੱਛਾ ਹੈ ਕਿ ਮੈਂ ਮਰ ਜਾਂ। ਦੈਨ ਕਨਕਲੂਡਡ ਹਿਜ਼ ਫਾਦਰ ਜੈਂਟਲੀ। ਪਿਤਾ ਜੀ ਨੇ ਬੜੇ ਨਰਮਾਈ ਨਾਲ ਕਿਹਾ, ਆਈ ਥਿੰਕ ਦੈਟ ਦ ਓਨਲੀ ਪ੍ਰੈਕਟੀਕਲ ਕੋਰਸ ਆਫ ਐਕਸ਼ਨ ਇਜ਼ ਟੂ ਮੇਕ ਅਪ ਵਿਦ ਐਸਪਿਊਟਾ ਐਂਡ ਸਟਾਰਟ ਯੋਰ ਮਿਊਜ਼ਿਕ ਲੈਸਨਸ ਅਗੇਨ। ਤਾਂ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਵਧੀਆ ਚੀਜ਼ ਇਹੀ ਹੋਊਗੀ ਕਿ ਤੁਸੀਂ ਮਿਸਟਰ ਐਸਪਿਊਟਾ ਨਾਲ ਆਪਣੀ ਲੜਾਈ ਠੀਕ ਕਰ ਲਓ ਅਤੇ ਦੁਬਾਰਾ ਮਿਊਜ਼ਿਕ ਜੁਆਇਨ ਕਰ ਲਓ। ਆਫਟਰ ਦੈਟ ਫਿਲਿਪ ਐਂਡ ਹਿਜ਼ ਮਿਊਜ਼ਿਕ ਟੀਚਰ ਬਿਕੇਮ ਦ ਬੈਸਟ ਆਫ ਫਰੈਂਡਸ। ਉਸ ਤੋਂ ਬਾਅਦ ਉਹਨਾਂ ਦੀ ਲੜਾਈ ਸੁਲਝਦੀ ਹੈ, ਬਲਕਿ ਅੱਛੇ ਦੋਸਤ ਬਣ ਜਾਂਦੇ ਨੇ ਫਿਲਿਪ ਔਰ ਮਿਊਜ਼ਿਕ ਟੀਚਰ। ਦ ਯੰਗਸਟਰ ਸਟੱਡੀਡ ਹਾਰਡ ਐਂਡ ਬਿਕੋਜ਼ ਹੀ possessed remarkable ability he had gained a reputation as a fine violin player by the time he was 13-year-old। ਕਿਉਂਕਿ ਉਸ ਦੇ ਅੰਦਰ ਬਹੁਤ ਹੁਨਰ ਸੀ ਵਾਇਲਨ ਸਿੱਖਣ ਦਾ ਅਤੇ ਵਜਾਉਣ ਦਾ, ਇਸ ਲਈ ਉਹ ਬੱਚਾ 13 ਸਾਲ ਦੀ ਉਮਰ ਤੱਕ ਹੁੰਦੇ ਹੁੰਦੇ ਬਹੁਤ ਵਧੀਆ ਵਾਇਲਨ ਪਲੇਅਰ ਬਣ ਚੁੱਕਿਆ ਸੀ। ਵਨ ਡੇ ਵਾਈਲ ਫਿਲਿਪ ਵਾਜ਼ ਬਿਜ਼ੀ ਪ੍ਰੈਕਟਿਸਿੰਗ ਅ ਮੈਨ ਕੇਮ ਟੂ ਦ ਡੋਰ। ਇੱਕ ਦਿਨ ਉਹ ਆਪਣਾ ਰਿਆਜ਼ ਕਰ ਰਿਹਾ ਸੀ, ਇੱਕ ਆਦਮੀ ਦਰਵਾਜ਼ੇ 'ਤੇ ਆਉਂਦਾ। ਹੀ ਸੈਡ, ਆਈ ਹੈਵ ਬਿਨ ਲਿਸਨਿੰਗ ਫॉर 5 minutes। ਮੈਂ 5 ਮਿੰਟ ਤੋਂ ਤੁਹਾਡੀ ਵਾਇਲਨ ਸੁਣ ਰਿਹਾ ਹਾਂ। ਯੂ ਪਲੇ ਦ ਵਾਇਲਨ ਵੈਰੀ ਨਾਈਸਲੀ। ਬਹੁਤ ਅੱਛੀ ਵਾਇਲਨ ਵਜਾਉਂਦੇ ਹੋ। ਵੋਂਟ ਯੂ ਕਮ ਇਨ ਆਸਕਡ ਫਿਲਿਪ। ਫਿਲਿਪ ਨੇ ਕਿਹਾ ਕਿ ਤੁਸੀਂ ਅੰਦਰ ਨਹੀਂ ਆਓਗੇ। ਥੈਂਕ ਯੂ, ਆਈ ਵਿਲ ਸੈਡ ਦ ਮੈਨ। ਸ਼ੁਕਰੀਆ, ਮੈਂ ਜ਼ਰੂਰ ਆਊਂਗਾ। ਹੀ ਸਟੈਪਡ ਇਨਸਾਈਡ ਐਂਡ ਕੰਟੀਨਿਊਡ। ਉਹ ਅੰਦਰ ਆਇਆ ਔਰ ਆਪਣੀ ਗੱਲ ਕਰਦਾ ਰਿਹਾ। ਹੈਵ ਯੂ ਐਵਰ ਥੌਟ ਅਬਾਊਟ ਜੁਆਇਨਿੰਗ ਅ ਸਰਕਸ। ਕੀ ਕਦੇ ਸਰਕਸ ਜੁਆਇਨ ਕਰਨ ਬਾਰੇ ਸੋਚਿਆ ਹੈ। ਵਾਈ ਨੋ ਸਰ, ਸੈਡ ਫਿਲਿਪ ਇਨ ਸਰਪ੍ਰਾਈਜ਼। ਫਿਲਿਪ ਨੇ ਹੈਰਾਨ ਹੋ ਕੇ ਕਿਹਾ, ਕਿਉਂ ਨਹੀਂ।
I am the leader of the band in the circus that is showing near Peninsula Avenue, said the man. उस आदमी ने कहा ਕਿ ਪੈਨਨਸਿਲਵੀਆ ਐਵੇਨਿਊ ਦੇ ਨਜ਼ਦੀਕ ਜੋ ਸਰਕਸ ਹੈ ਉਸ ਦੇ ਬੈਂਡ ਦਾ ਮੈਂ ਲੀਡਰ ਹਾਂ। ਇਫ ਯੂ ਸ਼ੁਡ ਕੇਅਰ ਟੂ ਜੁਆਇਨ ਅਸ ਆਈ ਵਿਲ ਬੀ ਮੋਸਟ ਹੈਪੀ ਟੂ ਐਮਪਲੋਏ ਯੂ। ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਸਰਕਸ, ਮੈਨੂੰ ਬਹੁਤ ਖੁਸ਼ੀ ਹੋਊਗੀ ਤੁਹਾਨੂੰ ਉੱਥੇ ਲੈ ਕੇ। ਵਿਜ਼ਨਸ ਆਫ ਅ ਵੰਡਰਫੁਲ ਲਾਈਫ ਇਨ ਦ ਸਰਕਸ ਫਲੈਸ਼ ਥਰੂ ਫਿਲਿਪਸ ਮਾਈਂਡ। ਫਿਲਿਪ ਦੇ ਦਿਮਾਗ ਦੇ ਵਿੱਚੋਂ ਰੰਗ ਬਿਰੰਗੀ ਸਰਕਸ ਦੇ ਜੀਵਨ ਦੇ ਖਿਆਲ ਆਉਣੇ ਸ਼ੁਰੂ ਹੋ ਗਏ। आई वुड लाइक टू डू इट, ही सेड पीसफुली। उसने खुशी खुशी किया कि हाँ मैं ज़रूर करना चाहूँगा, बट आई डोंट थिंक माई फादर वुड लेट मी गो। पर मैनू लगता मेरे पिता जी ने इसकी आज्ञा नहीं देनी। डोंट टेल हिम, सैड द मैन। आदमी ने कहा उन्होंने दस्यो ही ना। द सर्कस मैन सजैशन शॉक्ड फिलिप। ਫਿਲਿਪ ਨੂੰ ਸਰਕਸ ਵਾਲੇ ਇਸ ਆਦਮੀ ਦੀ ਇਸ ਸਜੈਸ਼ਨ ਦੇ ਉੱਤੇ ਬੜਾ ਧੱਕਾ ਜਿਹਾ ਲੱਗਾ। ਕੋਈ ਵੀ ਇਨਸਾਨ ਅਗਰ ਉਹਦੇ ਇਰਾਦੇ ਨੇਕ ਨੇ, ਸਾਨੂੰ ਕਦੇ ਇਹ ਸਲਾਹ ਨਹੀਂ ਦਿੰਦਾ ਕਿ ਕੋਈ ਵੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੇ ਬਿਨਾਂ ਕਰੋ। ਔਰ ਅਗਰ ਉਹ ਆਦਮੀ ਇਸ ਤਰ੍ਹਾਂ ਕਰ ਰਿਹਾ ਤਾਂ ਉਹ ਇੱਕ ਬਹੁਤ ਹੀ ਸ਼ੱਕੀ ਕਿਸਮ ਦਾ ਕੰਮ ਕਰ ਰਿਹਾ। Oh, I couldn't just go off without asking him, Philip answered. Philip ने कहा कि नहीं, पिता जी ਨੂੰ ਪੁੱਛੇ ਬਿਨਾਂ ਤਾਂ ਮੈਂ ਨਹੀਂ ਜਾਂਦਾ। But often fathers don't understand what a fine future there is for a boy who is traveling with a circus, the man argued. ਉਸ ਆਦਮੀ ਨੇ ਅੱਗੋਂ ਆਪਣਾ ਤਰਕ ਦਿੱਤਾ, ਪਰ ਫਾਦਰਸ ਆਮ ਤੌਰ 'ਤੇ ਸਮਝਦੇ ਨਹੀਂ ਕਿ ਇੱਕ ਛੋਟੇ ਲੜਕੇ ਨੂੰ ਸਰਕਸ ਦੇ ਵਿੱਚ ਕਿੰਨਾ ਵਧੀਆ ਕੈਰੀਅਰ ਮਿਲਦਾ ਹੈ। ਉਹ ਇਸ ਲਈ ਕਹਿ ਰਿਹਾ ਕਿ ਫਿਰ ਉਸ ਦੇ ਪਿਤਾ ਜੀ ਜਾਣ ਨਹੀਂ ਦੇਣਗੇ ਜਦੋਂ ਕਿ ਉਸ ਬੰਦੇ ਦੇ ਇਰਾਦੇ ਨੇਕ ਨਹੀਂ ਸੀ। ਆਈਲ ਟੈਲ ਯੂ ਵਾਟ ਟੂ ਡੂ, ਮੈਂ ਦੱਸਦਾ ਤੁਸੀਂ ਕੀ ਕਰਨਾ ਹੈ। ਟੂਮੋਰੋ ਨਾਈਟ ਯੂ ਬ੍ਰਿੰਗ ਯੋਰ ਫਿਡਲ ਐਂਡ ਗੋ ਅਲੋਂਗ ਵਿਦ ਅਸ ਵੈਨ ਵੀ ਲੀਵ। ਕੱਲ੍ਹ ਰਾਤ ਨੂੰ ਅਸੀਂ ਇੱਥੋਂ ਜਦੋਂ ਜਾਵਾਂਗੇ ਤਾਂ ਤੁਸੀਂ ਆਪਣੀ ਵਾਇਲਨ ਲੈ ਕੇ ਸਾਡੇ ਕੋਲ ਆ ਜਿਓ। ਆਫਟਰ ਵੀ ਹੈਵ ਬੀਨ ਅਵੇ ਫॉर ਅ ਡੇ ਔਰ ਟੂ, ਜਦੋਂ 1 ਜਾਂ 2 ਦਿਨ ਆਪਾਂ ਚਲੇ ਜਾਵਾਂਗੇ। ਯੂ ਕੈਨ ਰਾਈਟ ਟੂ ਯੋਰ ਫਾਦਰ ਐਂਡ ਟੈਲ ਹਿਮ ਵਟ ਅ ਵੰਡਰਫੁਲ ਟਾਈਮ ਯੂ ਆਰ ਹੈਵਿੰਗ। ਤੁਸੀਂ ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸ ਦਿਓ ਕਿ ਤੁਸੀਂ ਕਿੰਨਾ ਵਧੀਆ ਵਕਤ ਬਿਤਾ ਰਹੇ ਹੋ। ਪਰਹੈਪਸ ਹੀ ਵੋਂਟ ਇੰਟਰਫੀਅਰ ਦੈਨ, ਸ਼ਾਇਦ ਫਿਰ ਉਹ ਇਸ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਇੰਟਰਫੇਰੈਂਸ ਨਹੀਂ ਕਰਨਗੇ, ਉਹ ਤੁਹਾਨੂੰ ਟੋਕਾ ਟਾਕੀ ਨਹੀਂ ਕਰਨਗੇ। ਅਦਰਵਾਈਜ਼ ਇਫ ਯੂ ਟੈਲ ਹਿਮ ਨਾਓ ਹੀ ਵਿਲ ਫੋਰਬਿਡ ਯੂ ਟੂ ਗੋ। ਅਗਰ ਤੁਸੀਂ ਹੁਣ ਦੱਸਿਆ ਤਾਂ ਉਹਨਾਂ ਨੇ ਮੰਨਣਾ ਹੀ ਨਹੀਂ ਹੈਗਾ, ਤੁਹਾਨੂੰ ਮਨਾ ਕਰ ਦੇਣਾ। ਫਿਲਿਪ ਫਾਈਨਲੀ ਅਗਰੀਡ ਟੂ ਰਿਪੋਰਟ ਦ ਫੋਲੋਇੰਗ ਨਾਈਟ। ਫਿਲਿਪ ਕਹਿੰਦਾ ਠੀਕ ਹੈ ਮੈਂ ਐਵੇਂ ਹੀ ਕਰੂੰਗਾ। ਦ ਮੋਰ ਹੀ ਥੋਟ ਅਬਾਊਟ ਹਿਜ਼ ਡਿਸੀਜਨ ਐਂਡ ਅਬਾਊਟ ਦ ਗਲੋਰੀ ਇਨ ਸਟੋਰ ਫॉर ਹਿਮ, ਦ ਮੋਰ ਇਲੇਟਿਡ ਹੀ ਫੈਲਟ। ਇਲੇਟਿਡ ਮਤਲਬ ਖੁਸ਼। ਜਿੰਨਾ ਸਰਕਸ ਬਾਰੇ ਸੋਚ ਰਿਹਾ ਸੀ, ਆਪਣੇ ਫੈਸਲੇ ਬਾਰੇ ਸੋਚ ਰਿਹਾ ਸੀ, ਸਰਕਸ ਦੀ ਸ਼ਾਨੋ ਸ਼ੌਕਤ ਬਾਰੇ ਸੋਚ ਰਿਹਾ ਸੀ, ਓਨਾ ਹੀ ਉਹ ਖੁਸ਼ ਹੋ ਰਿਹਾ ਸੀ। ਐਟ ਲਾਸਟ ਹੀ ਕੁਡ ਕੀਪ ਕੁਆਇਟ ਨੋ ਲੋਂਗਰ। ਅੰਤ ਵਿੱਚ ਆਪਣੀ ਖੁਸ਼ੀ ਛੁਪਾ ਨਹੀਂ ਸਕਿਆ, ਚੁੱਪ ਨਹੀਂ ਰਹਿ ਸਕਿਆ। ਹੀ ਵੈਂਟ ਨੈਕਸਟ ਡੋਰ ਟੂ ਹਿਜ਼ ਬੈਸਟ ਫਰੈਂਡ। ਆਪਣੇ ਬੈਸਟ ਫਰੈਂਡ ਕੋਲ ਉਹ ਚਲਾ ਗਿਆ। Tingling with excitement, Philip told his secret. I am going to join a circus tomorrow night. Ed, ਉਸਦੇ ਦੋਸਤ ਦਾ ਨਾਮ ਸੀ ਐਡ। ਤਾਂ ਉਹ ਕਹਿੰਦਾ ਕਿ ਐਡ ਇੰਨਾ ਜ਼ਿਆਦਾ ਉਹ ਐਕਸਾਈਟਿਡ ਹੋ ਗਿਆ ਕਿ ਐਡ ਮੈਂ ਕੱਲ੍ਹ ਤੋਂ ਸਰਕਸ ਜੁਆਇਨ ਕਰਨ ਜਾ ਰਿਹਾ, ਕੱਲ੍ਹ ਰਾਤ ਤੋਂ। ਆਈਲ ਮੇਕ ਅ ਲੋਟ ਆਫ ਮਨੀ ਐਂਡ ਬਿਕਮ ਦ ਲੀਡਰ ਆਫ ਦ ਸਰਕਸ ਬੈਂਡ। ਮੈਂ ਬਹੁਤ ਪੈਸਾ ਕਮਾਊਂਗਾ ਅਤੇ ਸਰਕਸ ਬੈਂਡ ਦਾ ਲੀਡਰ ਬਣ ਜਾਊਗਾ। ਦੈਨ ਹੀ ਕੌਸ਼ਨਡ ਐਡ ਨਾਟ ਟੂ ਟੈਲ। ਫਿਰ ਕਹਿੰਦਾ ਐਡ ਕਿਸੇ ਨੂੰ ਦੱਸੀ ਨਾ, ਮੈਂ ਬਹੁਤ ਖੁਸ਼ ਸੀ, ਮੈਂ ਇਸ ਲਈ ਤੈਨੂੰ ਦੱਸਿਆ। ਐਡਸ ਆਈਬਰੋਜ਼ ਆਰਕਡ। ਐਡ ਵੀ ਹੈਰਾਨ ਰਹਿ ਗਿਆ। ਉਸਦੇ ਆਈਬਰੋ ਸੀ ਜਿਹੜੇ ਉਹ ਚੱਕੇ ਗਏ ਉੱਪਰ, ਐਂਡ ਹੀਜ਼ ਮਾਊਥ ਫਲੂ ਓਪਨ। ਉਸਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਦ ਨਿਊਜ਼ ਇੰਪਰੈਸਡ ਹਿਮ ਗ੍ਰੇਟਲੀ। ਛੋਟੇ ਛੋਟੇ ਬੱਚਿਆਂ ਨੂੰ ਸਰਕਸ ਬੜੀ ਪਿਆਰੀ ਲੱਗਦੀ ਹੈ ਅਤੇ ਉਹ ਟੀਨੇਜਰ ਬੱਚੇ ਸਰਕਸ ਤੋਂ ਭਰਮਾਏ ਗਏ ਨੇ, ਇਸ ਲਈ ਉਹ ਵੀ ਬਹੁਤ ਪ੍ਰਭਾਵਿਤ ਹੋ ਗਿਆ। ਇਟ ਵਾਜ਼ ਸੋ ਮਚ ਔਨ ਹਿਜ਼ ਮਾਈਂਡ ਦੈਟ ਹੀ ਐਕਸੀਡੈਂਟਲੀ ਲੈਟ ਦ ਸੀਕਰੇਟ ਆਊਟ ਐਟ ਸਪਰ ਟਾਈਮ। ਉਹ ਉਸਦੇ ਦਿਮਾਗ ਦੇ ਵਿੱਚ ਇੰਨਾ ਕੁਛ ਚੱਲ ਰਿਹਾ ਸੀ ਕਿ ਰੋਟੀ ਖਾਣ ਵੇਲੇ ਉਹ ਸੀਕਰੇਟ ਆਊਟ ਕਰ ਗਿਆ, ਉਹ ਤਾਂ ਰੁਕਿਆ ਨਹੀਂ ਗਿਆ। ਲੇਟਰ ਦੈਟ ਈਵਨਿੰਗ ਆਫਟਰ ਐਡ ਵਾਜ਼ ਅਸਲੀਪ ਹਿਜ਼ ਮਦਰ ਪੇਡ ਅ ਵਿਜ਼ਿਟ ਟੂ ਮਿਸਿਸ ਸੋਸਾ। ਜਦੋਂ ਐਡ ਨੇ ਆਪਣੀ ਮਾਂ ਨੂੰ ਦੱਸਤਾ ਐਕਸਾਈਟਮੈਂਟ 'ਚ, ਤਾਂ ਜਦੋਂ ਐਡ ਸੋ ਗਿਆ ਤਾਂ ਐਡ ਦੀ ਮਾਂ ਨੇ ਜਾ ਕੇ ਮਿਸਿਸ ਸੋਸਾ ਨੂੰ ਦੱਸਤਾ, ਫਿਲਿਪ ਦੀ ਮਦਰ ਨੂੰ ਦੱਸਤਾ। The next morning, Philip lay in the bed dreaming a delightful dream about being the director of a big circus band. ਅਗਲੀ ਸਵੇਰ ਕੀ ਹੋਇਆ, ਫਿਲਿਪ ਆਪਣੇ ਬੈੱਡ 'ਚ ਪਿਆ ਸੁਪਨੇ ਲੈ ਰਿਹਾ ਸੀ ਕਿ ਕਿਵੇਂ ਉਹ ਸਰਕਸ ਬੈਂਡ ਦੇ ਵਿੱਚ ਇੱਕ ਰੰਗ ਬਿਰੰਗਾ ਜੀਵਨ ਜੀਊਗਾ। ਸਡਨਲੀ ਹੀ ਹਰਡ ਹਿਜ਼ ਫਾਦਰਸ ਜੈਂਟਲ ਵੋਇਸ ਸੇਇੰਗ ਗੁੱਡ ਮਾਰਨਿੰਗ ਸਨ।
अचानक ही उसने अपने पिताजी की नरम आवाज़ सुनी, गुड मॉर्निंग बेटा। गुड मॉर्निंग पापा, फिलिप रिप्लाइड। उसने भी जवाब दिता, गुड मॉर्निंग पापा। वैन यू ड्रेस टुडे मिस्टर सोसा, पुट ऑन योर संडे क्लोथ्स। आज जो तू कपड़े पहनेगा तो अपने संडे वाले कपड़े पहन ली। फिलिप वॉज सर्टन दैट इट वॉज नॉट संडे। फिलिप ਨੂੰ ਪੱਕਾ ਪਤਾ ਸੀ ਅੱਜ ਸੰਡੇ ਤਾਂ ਹੈ ਨਹੀਂ, ਬਟ ਹੀ ਓਬੇਡ ਹਿਜ਼ ਫਾਦਰਸ ਰਿਕੁਐਸਟ। ਪਰ ਉਸਨੇ ਪਿਤਾ ਜੀ ਦੀ ਗੱਲ ਮੰਨ ਲਈ। ਐਜ਼ ਹੀ ਵੈਂਟ ਡਾਊਨ ਸਟੇਅਰਸ ਟੂ ਈਟ ਬ੍ਰੇਕਫਾਸਟ ਹੀ ਕੈਪਟ ਵੰਡਰਿੰਗ। ਜਦੋਂ ਬ੍ਰੇਕਫਾਸਟ ਕਰਨ ਨੀਚੇ ਗਿਆ ਤਾਂ ਹੈਰਾਨ ਰਿਹਾ। ਵਾਈ ਡਿਡ ਪਾਪਾ ਵਾਂਟ ਮੀ ਟੂ ਪੁੱਟ ਔਨ ਮਾਈ ਸੰਡੇ ਕਲੋਥਸ। ਪਾਪਾ ਕਿਉਂ ਚਾਹੁੰਦੇ ਆ ਕਿ ਮੈਂ ਅੱਜ ਸੰਡੇ ਵਾਲੇ ਕੱਪੜੇ ਪਹਿਨ ਲਾਂ। ਮਿਸਟਰ ਸੋਸਾ ਚੈਟਡ ਵਿਦ ਫਿਲਿਪ ਇਨ ਅ ਫਰੈਂਡਲੀ ਵੇ ਅੰਟਿਲ ਦ ਐਂਡ ਆਫ ਦ ਮੀਲ। ਦੋਸਤਾਨਾ ਤਰੀਕੇ ਨਾਲ ਮਿਸਟਰ ਸੋਸਾ ਨੇ ਉਹਦੇ ਨਾਲ ਗੱਲ ਕੀਤੀ। ਖਾਣਾ ਖਤਮ ਹੋਇਆ। ਦੈਨ ਹੀ ਸੈਡ ਅਬਰਪਟਲੀ, ਅਚਾਨਕ ਹੀ ਕਿਹਾ, ਵਿਲ ਟੇਕ ਅ ਵਾਕ। ਆਪਾਂ ਇੱਕ ਸੈਰ 'ਤੇ ਚੱਲਦੇ ਹਾਂ ਬਾਹਰ। They had walked only a few blocks when Philip realized that they were headed towards the United States Marine Barracks. ਤੇ ਥੋੜੀ ਦੂਰ ਹੀ ਤੁਰ ਕੇ ਗਏ। ਕੁਝ ਬਲੌਕ ਦੂਰ ਜਾਣ 'ਤੇ ਫਿਲਿਪ ਨੇ ਸੋਚਿਆ ਕਿ ਓਹੋ, ਇਹ ਤਾਂ ਯੂਨਾਈਟਿਡ ਸਟੇਟਸ ਮਰੀਨ ਬੈਰਕਸ ਵੱਲ ਆ ਗਏ। ਦ ਬॉय ਵੰਡਰਡ ਵਾਈ ਹਿਜ਼ ਫਾਦਰ ਵਾਜ਼ ਟੇਕਿੰਗ ਹਿਮ ਦੇਅਰ। ਉਹ ਲੜਕਾ ਹੈਰਾਨ ਹੋਇਆ ਕਿ ਉਸਦੇ ਪਿਤਾ ਜੀ ਉਹਨੂੰ ਇੱਥੇ ਕਿਉਂ ਲਿਆਏ। ਹੀ ਸੂਨ ਲਰਨਡ, ਉਸਨੂੰ ਜਲਦੀ ਪਤਾ ਲੱਗ ਗਿਆ। ਵਿਦਿਨ ਐਨ ਆਵਰ ਫਿਲਿਪ ਵਾਜ਼ ਐਨਲਿਸਟਿਡ ਐਜ਼ ਐਨ ਅਪ੍ਰੈਂਟਿਸ ਟੂ ਸਟੱਡੀ ਮਿਊਜ਼ਿਕ ਇਨ ਦ ਮਰੀਨ ਬੈਂਡ। ਅਤੇ ਘੰਟੇ ਦੇ ਵਿੱਚ ਹੀ ਫਿਲਿਪ ਨੂੰ ਉੱਥੇ ਮਰੀਨ ਬੈਂਡ ਦੇ ਵਿੱਚ ਮਿਊਜ਼ਿਕ ਸਿੱਖਣ ਲਗਾ ਦਿੱਤਾ ਗਿਆ। ਅਸਲ 'ਚ ਮਦਰ ਨੇ ਮਿਸਟਰ ਸੋਸਾ ਨੂੰ ਦੱਸਤਾ ਸੀ ਕਿ ਲੜਕਾ ਅੱਜ ਰਾਤ ਨੂੰ ਭੱਜੂਗਾ ਔਰ ਉਸ ਦੀ ਖੁਸ਼ੀ ਲਈ ਉਸਨੂੰ ਮਰੀਨ ਬੈਂਡ ਜੁਆਇਨ ਕਰਾ ਦਿੱਤਾ ਗਿਆ। ਇਸ ਤਰ੍ਹਾਂ ਉਹਦਾ ਸਰਕਸ ਜਾਣ ਦਾ ਇਰਾਦਾ ਖਤਮ ਹੋ ਗਿਆ। ਮਿਸਟਰ ਸੋਸਾ ਹੈਡ ਕੌਨਫੀਡੈਂਸ ਇਨ ਹਿਜ਼ ਸਨਸ ਸਟਰੋਂਗ ਸੈਂਸ ਆਫ ਡਿਊਟੀ। ਮਿਸਟਰ ਸੋਸਾ ਨੂੰ ਪੂਰਾ ਯਕੀਨ ਸੀ ਕਿ ਮੇਰਾ ਬੇਟਾ ਇਸ ਤਰ੍ਹਾਂ ਆਪਣੀ ਡਿਊਟੀ ਜ਼ਰੂਰ ਨਿਭਾਊਗਾ। ਹੀ ਨਿਊ ਦ ਬॉय ਵੁੱਡ ਨਾਟ ਡਿਜ਼ਰਟ ਦ ਮਰੀਨਸ ਟੂ ਰਨ ਅਵੇ ਵਿਦ ਅ ਸਰਕਸ। ਉਸਨੂੰ ਪਤਾ ਸੀ ਕਿ ਮਰੀਨ ਬੈਂਡ ਨੂੰ ਜੁਆਇਨ ਕਰਨਾ ਇਹਦਾ ਬਚਪਨ ਦਾ ਸੁਪਨਾ, ਇਸ ਲਈ ਹੁਣ ਇਹ ਸਰਕਸ 'ਚ ਨਹੀਂ ਜਾਊਗਾ। ਈਅਰਸ ਸਪੈਡ ਬਾਏ, ਕਈ ਸਾਲ ਬੀਤ ਗਏ। ਐਂਡ ਇਵੈਂਚੁਅਲੀ ਜੌਨ ਫਿਲਿਪ ਸੋਸਾ ਬਿਕੇਮ ਦ ਲੀਡਰ ਆਫ ਦ ਮਰੀਨ ਬੈਂਡ। ਅਤੇ ਅੰਤ ਵਿੱਚ ਜੌਨ ਫਿਲਿਪ ਸੋਸਾ ਮਰੀਨ ਬੈਂਡ ਦਾ ਲੀਡਰ ਬਣ ਗਿਆ। ਦਿਸ ਬੈਂਡ ਇਜ਼ ਦ ਅਫੀਸ਼ੀਅਲ ਬੈਂਡ ਆਫ ਦ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ। ਯੂਨਾਈਟਿਡ ਸਟੇਟਸ ਦੇ ਰਾਸ਼ਟਰਪਤੀ ਦਾ ਇਹ ਇੱਕ ਅਫੀਸ਼ੀਅਲ ਬੈਂਡ ਹੈ। ਸੋਸਾ ਸਰਵਡ ਐਜ਼ ਬੈਂਡ ਮਾਸਟਰ ਫॉर 5 ਡਿਫਰੈਂਟ ਪ੍ਰੈਜ਼ੀਡੈਂਟਸ। 5 ਰਾਸ਼ਟਰਪਤੀਆਂ ਦੇ ਕਾਰਜਕਾਲ ਦੇ ਵਿੱਚ ਉਹ ਬੈਂਡ ਮਾਸਟਰ ਰਿਹਾ। ਡਿਊਰਿੰਗ ਥੀਸ ਈਅਰਸ ਦਿਸ ਬੈਂਡ ਵੈਂਟ ਅਬਰੋਡ ਸੈਵਰਲ ਟਾਈਮਸ ਐਂਡ ਬਿਕੇਮ ਫੇਮਸ ਆਲ ਓਵਰ ਦ ਵਰਲਡ। ਅਤੇ ਇਹਨਾਂ ਸਾਰੇ ਸਾਲਾਂ ਦੇ ਵਿੱਚ ਬਹੁਤ ਵਿਦੇਸ਼ਾਂ ਦੇ ਵਿੱਚ ਉਹਨੇ ਜਾ ਕੇ ਆਪਣੇ ਸ਼ੋਅਜ਼ ਕੀਤੇ ਅਤੇ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ। ਸੋਸਾ ਆਲਸੋ ਬਿਕੇਮ ਫੇਮਸ ਐਜ਼ ਅ ਕੰਪੋਜ਼ਰ। ਉਹ ਧੁਨਾਂ ਤਿਆਰ ਵੀ ਕਰਦਾ ਸੀ, ਇਸ ਲਈ ਵੀ ਮਸ਼ਹੂਰ ਸੀ। ਹੀ ਰੋਟ ਮੋਰ ਦੈਨ 100 ਮਾਰਚਿਸ। 100 ਤੋਂ ਜ਼ਿਆਦਾ ਧੁਨਾਂ ਉਹਨੇ ਤਿਆਰ ਕੀਤੀਆਂ। ਸੋ ਹੀ ਵਾਜ਼ ਨੋਨ ਐਜ਼ ਮਾਰਚ ਕਿੰਗ, ਇਸ ਲਈ ਉਸਨੂੰ ਮਾਰਚ ਕਿੰਗ ਕਹਿੰਦੇ ਸੀ। ਹੀ ਰੋਟ ਵਨ ਆਫ ਹਿਜ਼ ਫਾਈਨੈਸਟ ਮਾਰਚਿਸ ਫॉर ਅ ਸਪੈਸ਼ਲ ਓਕੇਜ਼ਨ। ਇੱਕ ਖਾਸ ਓਕੇਜ਼ਨ ਲਈ ਉਸਨੇ ਇੱਕ ਖਾਸ ਧੁਨ ਵੀ ਬਣਾਈ ਸੀ। ਦ ਵਾਸ਼ਿੰਗਟਨ ਪੋਸਟ, ਇਹ ਇੱਕ ਅਖਬਾਰ ਹੈ। ਦ ਵਾਸ਼ਿੰਗਟਨ ਪੋਸਟ, ਅ ਨਿਊਜ਼ ਪੇਪਰ ਦੈਟ ਇਜ਼ ਪਬਲਿਸ਼ਡ ਇਨ ਦ ਨੇਸ਼ਨਸ ਕੈਪੀਟਲ। ਉੱਥੇ ਰਾਜਧਾਨੀ ਦੇ ਵਿੱਚ ਛਪਦਾ ਹੈ US ਦੀ। ਹੈਲਡ ਐਨ ਐਸੇ ਕੰਟੈਸਟ, ਉਹਨਾਂ ਨੇ ਇੱਕ ਲੇਖ ਪ੍ਰਤੀਯੋਗਿਤਾ ਕਰਾਈ। ਪ੍ਰਾਈਜ਼ਜ਼ ਆਰ ਆਫਰਡ ਫॉर ਦ ਬੈਸਟ ਐਸੇਜ਼ ਰਿਟਨ ਬਾਈ ਪੀਪਲਸ ਇਨ ਦ ਵਾਸ਼ਿੰਗਟਨ ਸਕੂਲਸ। ਵਾਸ਼ਿੰਗਟਨ ਦੇ ਸਕੂਲਸ ਦੇ ਵਿਦਿਆਰਥੀਆਂ ਨੇ ਐਸੇ ਲਿਖੇ ਸੀ, ਉਹਨਾਂ ਨੂੰ ਪ੍ਰਾਈਜ਼ਜ਼ ਦੇਣੇ ਸੀ। ਅ ਬਿਗ ਡੇ ਵਾਜ਼ ਪਲੈਨਡ ਫॉर ਅਵਾਰਡਿੰਗ ਦ ਪ੍ਰਾਈਜ਼ਜ਼। ਇੱਕ ਬਹੁਤ ਵੱਡਾ ਸਮਾਰੋਹ ਰੱਖਿਆ ਗਿਆ ਇਨਾਮ ਦੇਣ ਲਈ। ਵਨ ਆਫ ਦ ਇਵੈਂਟਸ ਵਾਜ਼ ਟੂ ਬੀ ਪ੍ਰੋਗਰਾਮ ਔਰ ਮਿਊਜ਼ਿਕ ਪਲੇਡ ਬਾਈ ਮਰੀਨ ਬੈਂਡ। ਇੱਕ ਪ੍ਰੋਗਰਾਮ ਵਿੱਚ ਮਰੀਨ ਬੈਂਡ ਨੇ ਵੀ ਮਿਊਜ਼ਿਕ ਦੇਣਾ ਸੀ। ਸੋਸਾ ਨੇ ਉਸਦੀ ਧੁਨ ਬਣਾਈ ਸੀ। ਸੋਸਾ ਵਾਜ਼ ਆਸਕਡ ਟੂ ਕੰਪੋਜ਼ ਅ ਮਾਰਚ ਇਨ ਆਨਰ ਆਫ ਅ ਹੈਪੀ ਓਕੇਜ਼ਨ। ਇਸ ਖੁਸ਼ੀ ਭਰੀ ਧੁਨ ਨੂੰ ਸੋਸਾ ਨੂੰ ਬਣਾਉਣ ਲਈ ਕਿਹਾ ਗਿਆ। ਦ ਆਈਡੀਆ ਅਪੀਲਡ ਟੂ ਹਿਮ ਗ੍ਰੇਟਲੀ ਐਂਡ ਹੀ ਸੈਟ ਅਬਾਊਟ ਕੰਪੋਜ਼ਿੰਗ ਦ ਮਾਰਚ। ਇਹ ਆਈਡੀਆ ਉਸਨੂੰ ਬਹੁਤ ਵਧੀਆ ਲੱਗਿਆ ਅਤੇ ਬਹੁਤ ਸੋਹਣਾ ਮਾਰਚ ਬਣਾਇਆ, ਜੋ ਕਿ ਉਸਦਾ ਸਭ ਤੋਂ ਫੇਮਸ ਮਾਰਚ ਬਣਿਆ। ਔਰ ਇਸ ਮਾਰਚ ਦਾ ਨਾਂ ਸੀ ਦ ਵਾਸ਼ਿੰਗਟਨ ਪੋਸਟ ਮਾਰਚ। ਦ ਗ੍ਰੇਟ ਡੇ ਫਾਈਨਲੀ ਕੇਮ। ਆਖਿਰ ਮਹਾਨ ਦਿਨ ਆ ਗਿਆ। ਦ ਬਲੂ ਸਕਾਈ ਵਾਜ਼ ਡੋਟਡ ਵਿਦ ਫਲਫੀ ਕਲਾਊਡਸ ਐਂਡ ਬਰੀਜ਼ ਵਾਜ਼ ਬਲੋਇੰਗ। ਆਕਾਸ਼ ਦੇ ਵਿੱਚ ਬੱਦਲ ਸਨ ਅਤੇ ਹਵਾ ਚੱਲ ਰਹੀ ਸੀ। ਪੀਪਲ ਪੋਰਡ ਇਨ ਟੂ ਦ ਏਰੀਆ ਅਰਾਊਂਡ ਦ ਬਿਗ ਬੈਂਡ। ਲੋਕ ਆਸੇ ਪਾਸੇ ਉਮੜ ਪਏ ਸੀ ਉਸ ਬੈਂਡ ਦੇ। ਸੂਨ ਥਾਊਜ਼ੈਂਡਸ ਵਰ ਵੇਟਿੰਗ ਟੂ ਹੀਅਰ ਦ ਮਿਊਜ਼ਿਕ। ਹਜ਼ਾਰਾਂ ਲੋਕ ਉੱਥੇ ਸੰਗੀਤ ਸੁਣਨ ਆਏ ਸੀ। ਦ ਚਿਲਡਰਨ ਆਫ ਵਾਸ਼ਿੰਗਟਨ ਹੈਡ ਬੀਨ ਲੁਕਿੰਗ ਫਾਰਵਰਡ ਟੂ ਦਿਸ ਡੇ ਫॉर ਅ ਲੌਂਗ ਟਾਈਮ। ਵਾਸ਼ਿੰਗਟਨ ਦੇ ਬੱਚੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਐਂਡ ਨੀਅਰਲੀ ਆਲ ਆਫ ਦੈਮ ਵਰ ਦੇਅਰ। ਅਤੇ ਲਗਭਗ ਸਾਰੇ ਬੱਚੇ ਉੱਥੇ ਸੀ। ਦ ਟਰੀਜ਼ ਅਰਾਊਂਡ ਦ ਬੈਂਡ ਸਟੈਂਡ were filled with boys who have climbed up to get a good view of the famous March King. ਦਰਖਤਾਂ 'ਤੇ ਵੀ ਬੱਚੇ ਚੜ੍ਹ ਕੇ ਉਸ ਮਸ਼ਹੂਰ ਮਾਰਚ ਕਿੰਗ ਨੂੰ ਦੇਖਣਾ ਚਾਹੁੰਦੇ ਸੀ। ਆਫਟਰ ਦ ਵਾਸ਼ਿੰਗਟਨ ਪੋਸਟ ਮਾਰਚ ਵਾਜ਼ ਪਲੇਡ, ਜਦੋਂ ਵਾਸ਼ਿੰਗਟਨ ਪੋਸਟ ਮਾਰਚ ਵਜਾਇਆ ਗਿਆ,
ਐਵਰੀਬਡੀ ਅਪਲੋਡਿਡ ਵਾਈਲਡਲੀ, ਸਾਰੇ ਹੀ ਲੋਕਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਤਾੜੀਆਂ ਵਜਾਈਆਂ। The boys in the trees listened and watched with sparkling eyes. ਦਰਖਤਾਂ 'ਚ ਬੈਠੇ ਬੱਚੇ ਵੀ ਅੱਖਾਂ 'ਚ ਚਮਕ ਲੈ ਕੇ ਇਸ ਨੂੰ ਸੁਣਦੇ ਰਹੇ। As they applauded, perhaps some of them vowed to become musicians. ਜਦੋਂ ਤਾੜੀਆਂ ਵਜਾ ਰਹੇ ਸੀ ਸ਼ਾਇਦ ਉਹਨਾਂ 'ਚੋਂ ਵੀ ਕਈ ਜਣਿਆਂ ਨੇ ਇਹ ਸੁਪਨਾ ਸਜਾ ਲਿਆ ਸੀ ਕਿ ਉਹ ਵੀ ਸੰਗੀਤਕਾਰ ਬਣਨਗੇ। Just as John Philip Sousa had done many years before. ਜਿਸ ਤਰ੍ਹਾਂ ਜੌਨ ਫਿਲਿਪ ਸੋਸਾ ਨੇ ਕਈ ਸਾਲ ਪਹਿਲਾਂ ਇੱਕ ਸੁਪਨਾ ਸਜਾਇਆ ਸੀ। My dear students, this was the end of the part 2 and this is also the end of this chapter. So this chapter completely tells about the life of John Philip Sousa, his struggles, his pleasures, his pains, his failures and his successes. ਕਿਸ ਤਰੀਕੇ ਨਾਲ ਜੌਨ ਫਿਲਿਪ ਸੋਸਾ ਨੇ ਜ਼ਿੰਦਗੀ ਦੇ ਵਿੱਚ ਕਦੀ ਪਾਸ ਕਦੀ ਫੇਲ ਹੁੰਦੇ ਹੋਏ, ਕਦੀ ਕੋਈ ਗਲਤੀ ਕਰਦੇ ਹੋਏ, ਕਦੀ ਕੁਝ ਸਿੱਖਦੇ ਹੋਏ ਆਪਣਾ ਇਹ ਮਹਾਨ ਜੀਵਨ ਯਾਤਰਾ ਪੂਰੀ ਕੀਤੀ। ਅਤੇ ਦ ਵਾਸ਼ਿੰਗਟਨ ਪੋਸਟ ਮਾਰਚ ਉਹਨਾਂ ਦਾ ਸਭ ਤੋਂ ਮਸ਼ਹੂਰ ਪੋਸਟ ਮਾਰਚ, ਸਭ ਤੋਂ ਮਸ਼ਹੂਰ ਧੁਨ ਬਣੀ, ਜਦੋਂ ਕਿ ਦ ਵਾਸ਼ਿੰਗਟਨ ਪੋਸਟ ਅਖਬਾਰ ਨੇ ਇਹ ਧੁਨ ਬਣਵਾਈ ਸੀ। ਸੋ ਇਨ ਦਿਸ ਵੇ 100 ਤੋਂ ਜ਼ਿਆਦਾ ਮਾਰਚਿਸ ਬਣਾ ਕੇ ਉਹਨਾਂ ਨੂੰ ਮਾਰਚ ਕਿੰਗ ਕਿਹਾ ਜਾਣ ਲੱਗਿਆ। I hope you have understood the entire chapter. We'll meet in the next video. Subscribe the channel and also hit the like button and leave a comment to uplift my spirits. Thank you. Have a nice time.